ਲੋਕੀ ਤੁਹਾਨੂੰ ਐਡ ਦੇਖਦੇ ਹੋ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਅਸੀਂ ਕੀ ਓਪਰਚੁਨਿਟੀ ਲੈ ਕੇ ਆਏ, ਕੀ ਤੋਹਫਾ ਲੈ ਕੇ ਆਏ ਹੈਗੇ ਆ। ਅਸੀਂ ਤੋਹਫਾ ਲੈ ਕੇ ਆਏ ਹਾਂ ਕਿ ਸਾਰੇ ਪੈਸੇ USA ਪਹੁੰਚਣ ਤੋਂ ਬਾਅਦ। ਮੈਂ ਤਾਂ ਖੁੱਲ ਕੇ ਕਹਿਤਾ ਕਿ ਮੈਂ ਤਾਂ ਪੈਸੇ ਪਹੁੰਚਣ ਤੋਂ ਬਾਅਦ ਲੂੰਗਾ। ਚਾਬੀ ਦਾ ਫਿਰ ਤੁਸੀਂ ਵੀ ਭਰਦੇ ਪਏ ਹੋ। ਅਸੀਂ ਇੰਨਾ ਨਹੀਂ ਚਾਰਜ ਕਰਾਂਗੇ, 30 ਲੱਖ 35 ਲੱਖ ਇੰਨਾ ਨਹੀਂ ਚਾਰਜ ਕਰਾਂਗੇ। ਜੋ ਬੱਚੇ ਦੀ ਫੀਸਸ ਹੋਏਗੀਆਂ ਉਹੀ ਬੱਚਾ ਫੀਸ ਪੇ ਕਰੇਗਾ। ਔਰ ਅਮਰੀਕਾ ਦੀ ਸਰਕਾਰ ਬਦਲਣ ਤੋਂ ਬਾਅਦ ਪੰਜਾਬੀ ਲੋਕ ਬਹੁਤ ਖੁਸ਼ ਹੋਏ ਕਿਉਂਕਿ ਉਹਨਾਂ ਦੇ ਦਿਮਾਗ 'ਚ ਇਹ ਗੱਲ ਆ ਗਈ ਵੀ ਹੁਣ ਅਮਰੀਕਾ ਦੇ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਉਹਨਾਂ ਲਈ ਖੁੱਲ੍ਹ ਜਾਣਗੇ। ਪਿਛਲੀ ਜਦੋਂ ਸਰਕਾਰ ਸੀ ਕਾਫੀ ਵੇਲੇ ਤੋਂ ਜੋ ਹੈ ਵੀਜ਼ਾਸ ਨਹੀਂ ਲੱਗ ਰਹੇ ਸੀ, ਪਰ ਹੁਣ ਉਮੀਦ ਦੀ ਇੱਕ ਕਿਰਨ ਉਹਨਾਂ ਹੀ ਜਾਗੀ ਹੈ ਤੇ ਹੁਣ ਨਵਾਂ ਸਾਲ ਵੀ ਆ ਰਿਹਾ। ਕਾਫੀ ਪੰਜਾਬੀ ਲੋਕ ਹੁਣ ਸੋਚ ਰਹੇ ਨੇ ਵੀ ਨਵਾਂ ਸਾਲ ਤੇ ਹੁਣ ਉਹਨਾਂ ਨੂੰ ਨਵੀਆਂ ਆਫਰਸ ਮਿਲਣਗੀਆਂ ਤੇ ਉਹ USA ਜਾ ਸਕਣਗੇ। ਤੇ ਇਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਗਲੋਬਲ ਵੇ ਇਮੀਗ੍ਰੇਸ਼ਨ ਤੋਂ ਮਿਸਟਰ ਅਮਿਤ ਮੌਜੂਦ ਹੈ। ਮਿਸਟਰ ਅਮਿਤ ਨਾਲ ਹੁਣ ਗੱਲਬਾਤ ਕਰਦੇ ਹਾਂ ਕਿਉਂਕਿ ਉਹ ਵੀ ਕੁਝ ਨਵੇਂ ਸਾਲ ਤੇ USA ਲਈ ਨਵੀਂ ਆਫਰ ਲੈ ਕੇ ਆਏ ਆ। ਪਹਿਲਾਂ ਤਾਂ ਅਮਿਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਹੁਣ ਜਿਵੇਂ ਕਿ ਅਮਰੀਕਾ ਦੀ ਸਰਕਾਰ ਬਦਲੀ ਹੈ, ਨਵਾਂ ਸਾਲ ਆ ਗਿਆ, ਕਾਫੀ ਪੰਜਾਬੀ ਲੋਕ ਹੁਣ ਸੋਚ ਰਹੇ ਆ ਵੀ ਉਹ ਹੁਣ ਨਵੇਂ ਸਾਲ ਤੇ ਨਵੇਂ ਰੂਲਸ ਆਣਗੇ। ਤੁਸੀਂ ਵੀ ਗੱਲ ਕੀਤੀ ਹੈ ਵੀ ਨਵੀਆਂ ਕੁਝ ਆਫਰਸ ਲੈ ਕੇ ਆਏ ਆ, ਕੀ ਨੇ ਆਫਰਸ? ਅਸੀਂ ਤਾਂ ਜੀ ਸਿੱਧਾ ਅੱਜ ਨਵੇਂ ਸਾਲ ਦਾ ਇੱਕ ਤੋਹਫਾ ਦੇਣ ਲੱਗੇ ਹਾਂ ਆਪਣੇ ਪੰਜਾਬੀ ਭਰਾਵਾਂ ਨੂੰ। ਅਸੀਂ USA ਦੀ ਓਪਰਚੁਨਿਟੀ ਦੇ ਰਹੇ ਹੈਗੇ ਹਾਂ। ਪਹਿਲੇ ਅਸੀਂ ਹੈਗੇ ਹਾਂ USA ਦੀ ਓਪਰਚੁਨਿਟੀ ਦੇਣ ਲੱਗੇ ਹਾਂ ਕਿ USA ਵਾਸਤੇ ਜੋ ਬੱਚੇ USA ਜਾਣਾ ਚਾਹੁੰਦੇ ਨੇ, ਮਤਲਬ ਗੱਲ ਕਰੀਏ ਕਿ ਸਭ ਤੋਂ ਪਹਿਲੀ ਚੋਇਸ ਕਿਹੜੀ ਹੁੰਦੀ ਹੈ, ਚੋਇਸ ਆਫ ਕੰਟਰੀ, ਸਭ ਤੋਂ ਪਹਿਲੇ ਬੱਚਿਆਂ ਦੀ ਚੋਇਸ ਆਫ ਕੰਟਰੀ ਸਿਰਫ USA ਹੈ। ਜਿਹੜੇ ਬੱਚੇ USA ਨਹੀਂ ਜਾ ਸਕਦੇ ਹੈਗੇ, ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾ ਪਾਉਂਦੇ, ਉਹ ਫਿਰ ਸੈਕੰਡਰੀ ਚੋਇਸ ਲੈਂਦੇ ਨੇ। ਕੈਨੇਡਾ ਟਰਾਈ ਕਰਦੇ ਨੇ, ਆਸਟ੍ਰੇਲੀਆ ਟਰਾਈ ਕਰਦੇ ਨੇ, ਨਿਊਜ਼ੀਲੈਂਡ ਟਰਾਈ ਕਰਦੇ ਨੇ, ਅਦਰਸ ਟਰਾਈ ਕਰਦੇ ਨੇ। ਬਟ ਸਭ ਤੋਂ ਪਹਿਲੀ ਗੱਲ ਕਰੀਏ ਤਾਂ USA ਉਹਨਾਂ ਦੀ ਸਭ ਤੋਂ ਪ੍ਰਾਇਮਰੀ ਚੋਇਸ ਹੈਗੀ। ਤੇ ਅੱਜ ਅਸੀਂ ਬੱਚਿਆਂ ਨੂੰ USA ਦਾ ਹੀ ਤੋਹਫਾ ਦੇਣ ਲੱਗੇ ਹਾਂ ਨਵੇਂ ਸਾਲ ਦਾ ਕਿ ਗਲੋਬਲ ਵੇ ਇਮੀਗ੍ਰੇਸ਼ਨ ਤੁਹਾਨੂੰ ਸਭ ਨੂੰ USA ਪਹੁੰਚਾਉਣ ਦਾ ਵਾਅਦਾ ਕਰਦੀ ਹੈ ਕਿ USA ਵਿੱਚ ਅਸੀਂ ਸਟੱਡੀ ਪਲਾਨ ਲੈ ਕੇ ਆਏ ਹੈਗੇ ਹਾਂ, ਵਰਕ ਪਲਾਨ ਲੈ ਕੇ ਆਏ ਹੈਗੇ ਹਾਂ USA ਦਾ। ਤੇ ਬੱਚਾ USA ਜਾ ਸਕਦਾ ਹੈਗਾ। ਜਿਹੜੇ ਬੱਚੇ ਕੋਲ IELTS ਵੀ ਨਹੀਂ ਹੈਗੀ, ਜਿਹੜੇ ਬੱਚੇ ਦੇ 60% ਬੈਂਡਸ ਹੈਗੇ ਨੇ, ਬੱਚਾ ਉਹ ਅਪਲਾਈ ਕਰ ਸਕਦਾ। ਤੁਸੀਂ ਕਹਿ ਰਹੇ ਹੋ 60% ਬੱਚੇ ਦੇ ਨੰਬਰ ਹੈ, IELTS ਵੀ ਨਹੀਂ ਉਹਨੂੰ ਜ਼ਰੂਰਤ, ਪਰ ਸਭ ਤੋਂ ਔਖਾ ਵੀਜ਼ਾ USA ਦਾ ਮੰਨਿਆ ਜਾਂਦਾ। ਬਿਨਾਂ IELTS ਤੋਂ 60% ਤੋਂ ਬੱਚਾ ਕਿਵੇਂ ਬਾਹਰ ਜਾ ਸਕਦਾ? USA ਦਾ ਵੀਜ਼ਾ ਇਸ ਲਈ ਡਿਫਿਕਲਟ ਮੰਨਿਆ ਜਾਂਦਾ ਹੈ ਕਿਉਂਕਿ ਸਭ ਤੋਂ ਵੱਡੀ ਦਿੱਕਤ ਉਹਦੀ ਇਹੀ ਹੈ, ਉਹਦੇ ਜੋ ਇੰਟਰਵਿਊਜ਼ ਹੈ। ਅਸੀਂ ਦੇਖ ਰਹੇ ਹਾਂ ਕਿ ਤੁਸੀਂ ਵਿੱਚੋਂ ਦੇਖਿਆ ਹੋਵੇਗਾ UK ਦਾ ਵੀ ਚੱਲਿਆ ਪ੍ਰੋਸੈਸ। UK ਵਿੱਚ ਵੀ ਇੰਟਰਵਿਊ ਕੰਪਲਸਰੀ ਹੈਗੀ ਹੈ, ਪਰ ਫਰਕ ਇੰਨਾ ਹੈ UK ਇੰਟਰਵਿਊ ਲੈਂਦੀ ਹੈ ਸਕਾਈਪ ਤੇ ਔਰ USA ਇੰਟਰਵਿਊ ਲੈਂਦੀ ਹੈ ਫੇਸ ਟੂ ਫੇਸ। ਇੰਨਾ ਹੀ ਚੀਜ਼ ਦਾ ਫਰਕ ਹੈ। ਦੋਨਾਂ ਵਿੱਚ ਇੰਟਰਵਿਊ ਹੈ। USA ਨੇ ਵੀ ਤੁਹਾਡੇ ਕੋਲ ਸਵਾਲ ਪੁੱਛਣੇ ਨੇ ਕੁਝ, ਤੇ ਕੁਝ ਸਵਾਲ UK ਨੇ ਵੀ ਪੁੱਛਣੇ ਨੇ। ਤੁਸੀਂ ਸਵਾਲਾਂ ਦੇ ਜਵਾਬ ਦੇਣੇ ਨੇ, ਉਹ ਪ੍ਰੀਪਰੇਸ਼ਨ ਅਸੀਂ ਤੁਹਾਡੀ ਕਰਾਵਾਂਗੇ। ਠੀਕ ਹੈ, ਅਸੀਂ ਇਹ ਓਪਰਚੁਨਿਟੀ ਲੈ ਕੇ ਆਏ ਹੈਗੇ ਆ ਕਿ ਅਸੀਂ ਲੋਕੀ ਤੁਹਾਨੂੰ ਐਡ ਦੇਖਦੇ ਹੋ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਅਸੀਂ ਕੀ ਓਪਰਚੁਨਿਟੀ ਲੈ ਕੇ ਆਏ, ਕੀ ਤੋਹਫਾ ਲੈ ਕੇ ਆਏ ਹੈਗੇ ਆ। ਅਸੀਂ ਤੋਹਫਾ ਲੈ ਕੇ ਆਏ ਹਾਂ ਕਿ ਸਾਰੇ ਪੈਸੇ USA ਪਹੁੰਚਣ ਤੋਂ ਬਾਅਦ। ਇਹ ਪਹਿਲੇ ਅਸੀਂ ਹੈਗੇ ਆ, ਜੇ ਅਸੀਂ ਤੁਹਾਨੂੰ ਦੇ ਰਹੇ ਹਾਂ ਡੀਲ ਕਿ ਸਾਰੇ ਪੈਸੇ ਤੁਸੀਂ USA ਪਹੁੰਚਣ ਤੋਂ ਬਾਅਦ ਸਾਨੂੰ ਦਿਓ। ਤੁਸੀਂ ਗੱਲ ਕਹਿ ਰਹੇ ਹੋ ਵੀ ਸਾਰੇ ਪੈਸੇ ਉੱਥੇ ਪਹੁੰਚਣ ਤੋਂ ਬਾਅਦ। ਅਕਸਰ ਗੱਲ ਕਹਿੰਦੇ ਸੀ ਵੀ ਜੋ ਪੈਸੇ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ, ਪਰ ਲੁਕਵੇ ਚਾਰजेस ਜਿਵੇਂ ਆਫਰ ਲੈਟਰ ਦੇ ਚਾਰजेस ਹੋ ਗਏ, ਪ੍ਰੋਸੈਸ ਚਾਰजेस ਹੋ ਗਏ, ਅਨੇਕਾਂ ਪ੍ਰਕਾਰ ਦੇ ਚਾਰजेस ਬੱਚੇ ਕੋਲ ਲੈ ਲਿੱਤੇ ਜਾਂਦੇ ਸੀ। ਤੁਸੀਂ ਵੀ ਕੋਈ ਚਾਰजेस ਇਦਾਂ ਲੁਕੋਏ ਹੋਏ ਨੇ? ਨਹੀਂ ਜੀ, ਨਹੀਂ, ਬਿਲਕੁਲ ਅਜੇ ਕੋਈ ਚਾਰजेस ਸਾਡੇ ਕੋਲ ਲੁਕੋਏ ਨਹੀਂ ਹੋਏ। ਜੋ ਚਾਰजेस ਹੈਗੇ ਨੇ ਸਿਰਫ ਐਮਬੈਸੀ ਫੀਸ ਬੱਚੇ ਨੇ ਪੇ ਕਰਨੀ ਹੈ ਔਨ ਟਾਈਮ। ਜਦੋਂ ਬੱਚੇ ਦਾ I-20 ਆ ਜਾਂਦਾ ਹੈ, I-20 ਆ ਜਾਏਗਾ, ਉਸ ਤੋਂ ਬਾਅਦ ਬੱਚਾ ਐਮਬੈਸੀ ਫੀਸ ਪੇ ਕਰੇ, ਐਮਬੈਸੀ ਜਾਵੇ, ਵੀਜ਼ਾ ਆਫਿਸਰ ਦੇ ਇੰਟਰਵਿਊ ਫੇਸ ਟੂ ਫੇਸ ਇੱਕ ਵਾਰੀ ਰੂਬਰੂ ਕਰੇਗਾ। ਸਵਾਲ ਅੱਛੇ रहेंगे, ਵੀਜ਼ਾ ਡੈਫੀਨੇਟਲੀ ਮਿਲ ਜਾਏਗਾ। ਵੀਜ਼ਾ ਮਿਲਣ ਤੋਂ ਬਾਅਦ ਬੱਚਾ ਆਪਣੀ ਜੋ ਵੀ ਫੀਸਸ ਹੈਗੀਆਂ ਨੇ ਖੁਦ ਅਮਰੀਕਾ ਦੇ ਵਿੱਚ ਜਾ ਕੇ ਸਾਡੇ ਕੈਂਪਸ ਵਿੱਚ ਜਾ ਕੇ ਜੁਆਇਨ ਕਰਕੇ ਉੱਥੇ ਪੇ ਕਰੇਗਾ। I-20 ਤੁਸੀਂ ਗੱਲ ਕੀਤੀ, ਵੈਸੇ ਜੇ ਦੇਖਿਆ ਜਾਵੇ ਭਾਰਤ ਦੇਸ਼ 'ਚ I-20 ਕਾਫੀ ਫੇਮਸ ਗੱਡੀ ਹੈ। ਗੱਡੀ ਦੀ ਗੱਲ ਕਰ ਰਹੇ ਹੋ I-20? ਇਹ ਗੱਡੀ ਤੋਂ ਵੀ ਉੱਪਰਲੀ ਚੀਜ਼ ਹੈਗੀ ਹੈ। ਇਹ ਅਮਰੀਕਾ ਜਾਣ ਵਾਲਿਆਂ ਨੂੰ ਸਭ ਨੂੰ ਪਤਾ ਹੈ I-20 ਕੀ ਚੀਜ਼ ਹੈਗੀ ਹੈ। ਇਹ I-20 ਸਮਝ ਲਓ ਮਰਸੀਡੀਜ਼ ਤੋਂ ਵੀ ਵੱਡੀ ਚੀਜ਼ ਹੈਗੀ ਹੈ, ਜਿਹਦੇ ਪਿੱਛੇ ਲੋਕੀ دیਵਾਨੇ ਨੇ। ਜਿੰਨੇ ਵੀ ਬੱਚੇ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ I-20 ਦੀ ਬਹੁਤ ਵੈਲਿਊ ਹੈ। ਇੱਕ I-20 ਨਹੀਂ ਮਿਲਦੀ। ਜਦੋਂ I-20 ਮਿਲ ਜਾਏ, I-20 ਦਾ ਮਤਲਬ ਕੀ ਹੁੰਦਾ ਹੈ ਕਿ ਜਿਵੇਂ ਕੈਨੇਡਾ ਦੇ ਵਿੱਚ ਅਸੀਂ LOA ਦੀ ਗੱਲ ਕਰਦੇ ਹਾਂ, UK ਦੇ ਵਿੱਚ ਕੈਸ਼ ਲੈਟਰ ਹੁੰਦੀ ਹੈ, ਉਵੇਂ ਹੀ ਅਮਰੀਕਾ ਦੇ ਵਿੱਚ I-20 ਹੁੰਦੀ ਹੈ। I-20 ਆ ਜਾਵੇ ਤਾਂ ਸਮਝੋ ਆਲਮੋਸਟ ਤੁਹਾਡੇ ਕੋਲ ਬਹੁਤ ਸਟਰੋਂਗ ਪੁਆਇੰਟ ਹੋ ਗਿਆ। ਤੁਸੀਂ ਇੰਟਰਵਿਊ ਹੁਣ ਕਲੀਅਰ ਕਰ ਸਕਦੇ ਹੋ। ਤੁਹਾਡੇ ਕੋਲ ਜਸਟੀਫਿਕੇਸ਼ਨ ਹੋ ਗਈ ਕਿ ਤੁਸੀਂ ਵੀਜ਼ਾ ਆਫਿਸਰ ਨੂੰ ਕਿਵੇਂ ਗਾਈਡ ਕਰਨਾ, ਤੁਸੀਂ ਉਹਨੂੰ ਕਲੀਅਰ ਕਿਵੇਂ ਕਰਨਾ ਹੈ, ਇਹ ਤੁਹਾਡੇ ਕੋਲ ਕਲੈਰਿਟੀ ਆ ਗਈ। ਤੇ ਇਸ ਕਰਕੇ I-20 ਤੁਹਾਨੂੰ ਆ ਜਾਏਗੀ USA ਤੋਂ, ਇੰਸਟੀਚਿਊਟ ਤੋਂ, ਜੋ ਵੀ ਹੈਗਾ। I-20 ਆਉਣ ਤੋਂ ਬਾਅਦ ਤੁਹਾਡਾ ਇੰਟਰਵਿਊ ਕੰਡਕਟ ਹੋਏਗਾ। ਇੰਟਰਵਿਊ ਕੰਡਕਟ ਹੋਣ ਤੋਂ ਬਾਅਦ ਤੁਸੀਂ ਸਵਾਲ ਜਵਾਬ ਦਿਓ, ਤੁਹਾਨੂੰ ਵੀਜ਼ਾ ਮਿਲ ਜਾਏਗਾ।
ਇੰਟਰਵਿਊ ਤੁਸੀਂ ਬਾਰ-ਬਾਰ ਕਹਿ ਰਹੇ ਹੋ ਇੰਟਰਵਿਊ ਹੋਏਗਾ ਬੜੀ ਆਸਾਨੀ ਨਾਲ ਕਹਿ ਰਹੇ ਹੋ ਬਸ ਇੰਟਰਵਿਊ ਹੋਣਾ, ਪਰ ਇਹੀ ਮੇਨ ਚੀਜ਼ ਹੈ ਸਭ ਤੋਂ ਜ਼ਿਆਦਾ। ਜੇ ਕੋਈ ਡਰਦਾ ਤਾਂ ਇੰਟਰਵਿਊ ਤੋਂ ਹੀ ਡਰਦਾ ਹੈ, ਤੇ ਕਾਫੀ ਲੋਕਾਂ ਦੀ ਮੇਰੇ ਖਿਆਲ ਨਾਲ ਇੰਟਰਵਿਊ ਕਲੀਅਰ ਵੀ ਨਹੀਂ ਹੁੰਦੀ। ਸਰ ਇੰਟਰਵਿਊ ਕਲੀਅਰ ਇਸ ਲਈ ਨਹੀਂ ਹੁੰਦੀ ਕਿਉਂਕਿ ਬੱਚਿਆਂ ਕੋਲ ਜਾਣ ਦਾ ਜਸਟੀਫਿਕੇਸ਼ਨ ਹੀ ਨਹੀਂ ਹੁੰਦੀ। ਉਹਨਾਂ ਨੂੰ ਕਲੀਅਰ ਹੀ ਨਹੀਂ ਹੁੰਦਾ ਕਿ ਅਸੀਂ ਇੱਥੇ ਕਰਨ ਕੀ ਜਾਣਾ। ਬਸ ਏਜੰਟ ਚਾਬੀ ਭਰ ਕੇ ਭੇਜ ਦਿੰਦੇ ਜਾਂ ਭਰਾਵਾ ਫੇਸ ਟੂ ਫੇਸ ਜਾ ਕੇ ਇੰਟਰਵਿਊ ਆ ਕੇ ਇਹ ਸਵਾਲ ਪੁੱਛेंगे ਇਹ ਸਵਾਲ ਜਵਾਬ ਦਿਆ। ਵੀਜ਼ਾ ਆਫਿਸਰ ਪਾਗਲ ਥੋੜਾ ਜਿਹੜਾ ਬੈਠਾ ਹੈਗਾ ਜਿਹੜੇ ਉਹਨਾਂ ਦੇ ਸਵਾਲ ਦਾ ਜਵਾਬ ਦੇਗਾ। ਆਪਾਂ ਪਿਛਲੀ ਵੀ ਵਾਰੀ ਗੱਲ ਕੀਤੀ ਸੀਗੀ ਵੀਜ਼ਾ ਆਫਿਸਰ ਨੂੰ ਲੋਕੀ ਇਹ ਸੋਚਦੇ ਨੇ ਕਿ ਸਾਡੀ ਜੇਬਾਂ 'ਚ ਨੇ, ਪਰ ਇੰਦਾ ਨਹੀਂ ਹੈਗਾ। ਵੀਜ਼ਾ ਆਫਿਸਰ ਇੱਕ ਰੈਪੂਟੇਟਡ ਜੌਬ ਹੁੰਦੀ ਹੈ। ਉਹਨਾਂ ਨੇ ਤੁਹਾਡੇ ਨਾਲ ਫੇਸ ਟੂ ਫੇਸ ਗੱਲ ਕਰਨੀ ਹੈ। ਤੁਹਾਡੀ ਸਮਝਣਾ ਤੁਸੀਂ ਅਮਰੀਕਾ ਕੀ ਕਰਨ ਆ ਰਹੇ ਹੈਗੇ ਹੋ, ਤੁਸੀਂ ਸਟੱਡੀ ਕਰਨ ਆ ਰਹੇ ਹੋ, ਤੁਸੀਂ ਕੰਮ ਕਰਨ ਆ ਰਹੇ ਹੋ। ਅੱਛਾ ਬੇਸਿਕਲੀ ਸਟੱਡੀ ਦਾ ਹੀ ਹੈਗਾ I-20 ਸਟੱਡੀ ਕਰਨ ਆ ਰਹੇ ਹੋ। ਤੁਸੀਂ ਇਹ ਜੋ ਪ੍ਰੋਗਰਾਮ ਲਿਆ ਕਿਉਂ ਲਿਆ, ਅਮਰੀਕਾ ਹੀ ਕਿਉਂ ਚੁਣਿਆ, ਆਸਟ੍ਰੇਲੀਆ ਕਿਉਂ ਨਹੀਂ ਗਿਆ, ਨਿਊਜ਼ੀਲੈਂਡ ਕਿਉਂ ਨਹੀਂ ਗਿਆ, ਤੇਰੇ ਆਪਣੀ ਇੰਡੀਆ ਵਿੱਚ ਵੀ ਅੱਛੀ ਜੌਬ ਅੱਛੀ ਸਟੱਡੀ ਮਿਲਦੀ ਹੈ, तो अपनी होम कंट्री तो स्टडी क्यों नहीं कर रहा। ये सवाल सुनते हैं। वो असं जो SOP लिखते हैं असी इस बार SOP लिखनी नहीं हैगी, असी SOP बच्चे को क्लीयर करनी, असी उन्होंने बैठ के और प्रिपरेशन करानी है। जो SOP असी कैनेडा में लिख के देंगे वीज़ा ऑफिस लगाते हैं ये SOP असी बच्चे को दसनी है। जी हमेशा मैं तुहाडे नाल SOP के उपर गल्लां करदा रहा वो SOP असी ये लिखनी नहीं हैगी। ये SOP असी बच्चे को समझानी है कि बेटा तू ये वाली गल्लां करनियां ने, ये गल्लां सवाल के जवाब देने ने, इदा जवाब देना है, ये प्रिपरेशन असी करा के देनी। इसलिए मैं बहुत ईजिली कह रहा कि इंटरव्यू में फेस करना है जी। इंटरव्यू क्लीयर कर लोगे, क्यों इंटरव्यू क्लीयर कर लोगे, सानू अपने वर्क ते मान है, सानू अपनी नॉलेज ते मान है, सानू अपने एक्सपीरियंस ते मान है। सानू पता है कि असी बच्चे को जिस तरीके नाल गाइड करना है बच्चा उस तरीके नाल चलेगा तो डेफिनेटली क्लीयर कर लेगा। ਚਾਬੀ ਭਰਨ ਦੀ ਗੱਲ ਕਹੀ ਵੀ ਏਜੰਟ ਚਾਬੀ ਭਰ ਦਿੰਦਾ, ਚਾਬੀ ਤਾਂ ਤੁਸੀਂ ਵੀ ਭਰ ਰਹੇ ਹੋ, ਆਪ ਹੀ ਦੱਸਤਾ ਵੀ ਅਸੀਂ ਸਾਰਾ ਕੁਝ ਤਿਆਰ ਕਰਦੇ ਹਾਂ, ਚਾਬੀ ਦਾ ਫਿਰ ਤੁਸੀਂ ਵੀ ਭਰਦੇ ਪਏ ਹੋ। सर चाबी की गल एक होंदी है कि अगर असी चाबी गलत भर रहे हैं तो फिर तो गलत है ना वो। ਹੁਣ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਉਹ ਜਗ੍ਹਾ ਜਾਣਾ ਹੈ, ਤੁਸੀਂ ਸਿਰਫ 1 2 3 4 5 ਕਰਕੇ ਆ ਜਾਣੀ ਹੈ। ਤੁਸੀਂ ਤਾਂ 1 2 3 4 5 ਤੱਕ ਹੀ ਗਏ। ਹੁਣ ਤੁਹਾਨੂੰ ਜੇ ਉਹਨੇ 6 7 8 ਪੁੱਛ ਲਿਆ ਤੁਸੀਂ ਤਾਂ ਜਵਾਬ ਨਹੀਂ ਹੈ ਤੁਹਾਡੇ ਕੋਲ। ਮੈਂ ਤੁਹਾਨੂੰ ਇੱਕ ਤੋਂ ਲੈ ਕੇ 10 ਤੱਕ ਪਹਾੜਾ ਪੂਰਾ ਪੜਾ ਰਿਹਾ ਕਿ ਤੁਹਾਨੂੰ ਉਹਨਾਂ ਨੇ ਰੈਂਡਮਲੀ ਕੁਝ ਵੀ ਪੁੱਛ ਲਿਆ ਤੁਸੀਂ ਪ੍ਰੀਪੇਅਰ ਰਹੋ। ਇਹ ਨਹੀਂ ਕਿ ਆਪਾਂ ਸਿਰਫ 1 ਤੋਂ 5 ਤੱਕ ਹੀ ਉਹਨੇ ਪੁੱਛਣਾ ਜੀ, 1 ਤੋਂ 5 ਹੀ ਪੁੱਛਣਾ ਤੇ 1 ਤੋਂ 5 ਹੀ ਜਵਾਬ ਤੂੰ ਲੈ ਕੇ ਜਾ। ਨਹੀਂ, ਮੈਂ ਤੁਹਾਨੂੰ ਪੂਰਾ ਪਹਾੜਾ ਯਾਦ ਕਰਾ ਰਿਹਾ ਕਿ ਪੂਰਾ ਪਹਾੜਾ ਯਾਦ ਕਰੋ। ਵਿੱਚੋਂ ਉਹਨਾਂ ਨੇ ਤੁਹਾਡੇ ਕੋਲੋਂ ਕਿਹੜਾ ਪਹਾੜਾ ਪੁੱਛਣਾ ਹੈ, ਕੀ ਪੁੱਛਣਾ ਹੈ, ਉਹ ਤੁਸੀਂ ਦੱਸਣਾ। ਉਹ ਵੀ SOP ਹੈ। ਸਵਾਲ ਤਾਂ SOP ਵਾਲੇ ਹੋਣੇ ਨੇ ਕਿ ਤੁਸੀਂ ਇੱਥੇ ਕਿਉਂ ਆ ਰਹੇ ਹੋ, ਤੁਸੀਂ ਆਪਣੀ ਕੰਟਰੀ ਵਿੱਚ ਕਿਉਂ ਨਹੀਂ ਸਟੱਡੀ ਕਰ ਰਹੇ, ਤੁਸੀਂ ਇਹ ਵਾਲਾ ਪ੍ਰੋਗਰਾਮ ਹੀ ਕਿਉਂ ਚੁਣਿਆ, ਇਹ ਤੁਹਾਡਾ ਪ੍ਰੋਗਰਾਮ ਫਿਊਚਰਮੈਟਿਕ ਕਿਵੇਂ ਹੈਗਾ, ਤੁਹਾਨੂੰ ਇਹਦੇ ਫਿਊਚਰ ਵਿੱਚ ਕੀ ਬੈਨੀਫਿਟ ਮਿਲਣ ਵਾਲਾ ਹੈ। ਇਹ ਸਭ ਸਵਾਲ ਹੀ ਹੋਣੇ ਨੇ। ਉਹ ਕਿ ਸਵਾਲ ਕੀ ਨੇ, ਉਹਨਾਂ ਨੇ ਕਿਹੜਾ ਕਹਿਣਾ ਹੈ ਕਿ ਵੀ ਤੂੰ ਅਮਰੀਕਾ ਕੀ ਕਰਨ ਚੱਲਿਆ, ਤੂੰ ਉੱਥੇ ਨੋਟ ਕਮਾਉਣ ਚੱਲਿਆ। ਉਹਨਾਂ ਇਹ ਗੱਲਾਂ ਥੋੜ੍ਹਾ ਪੁੱਛਣੀਆਂ ਨੇ। ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਪੁੱਛਣਾ। ਉਹਨਾਂ ਦਾ ਮੇਨ ਪਰਪਸ ਕੀ ਹੈਗਾ। ਤੁਸੀਂ I-20 ਲੈ ਰਹੇ ਹੋ, I-20 ਕਿਉਂ ਮਿਲੇਗੀ, ਸਟੱਡੀ ਅਸੀਂ ਅਪਲਾਈ ਕੀਤੀ ਹੈ, ਸਟੱਡੀ ਵੀਜ਼ਾ ਅਪਲਾਈ ਕੀਤਾ ਹੈ। ਸਟੱਡੀ ਵੀਜ਼ੇ ਦੇ ਉੱਤੇ ਸਾਨੂੰ ਅਸੀਂ ਪ੍ਰੋਗਰਾਮ ਚੁਣਿਆ, ਕਾਲਜ ਚੁਣਿਆ, ਅਸੀਂ ਉਹ ਕੋਰਸ ਚੁਣਿਆ, ਕਿਉਂ ਚੁਣਿਆ, ਸਾਨੂੰ ਜਸਟੀਫਿਕੇਸ਼ਨ ਦੇਣੀ ਹੈ। ਤੇ ਵੀਜ਼ਾ ਆਫਿਸਰ ਨੇ ਇਹ ਪੁੱਛਣਾ ਹੈ ਕਿ ਹਾਂ ਵੀ ਤੂੰ ਕਿਉਂ ਇਹ ਵਾਲਾ ਕੋਰਸ ਚੁਣਿਆ, ਕਿਉਂ ਤੂੰ ਇਹ ਵਾਲਾ ਕਾਲਜ ਚੁਣਿਆ, ਕਿਉਂ ਸਾਡੀ ਕੰਟਰੀ ਚੁਣੀ। ਬਸ ਇਹੀ ਗੱਲਾਂ ਨੇ। ਅਸੀਂ ਉਹ SOP ਵਿੱਚ ਡਿਕਲੇਅਰ ਕਰ ਦੇਣੀ। ਪੈਸੇ ਕਿੰਨੇ ਲੱਗਦੇ, ਜੋ ਅਸਲੀ ਗੱਲ ਆ ਉਹ ਮੈਂ ਹੁਣ ਸਵਾਲ ਪੁੱਛਿਆ ਵੀ ਪੈਸੇ ਕਿੰਨੇ ਲੱਗਦੇ, ਤੁਸੀਂ ਕਿੰਨੇ ਦੇਣੇ ਨੇ ਅਮਰੀਕਾ ਜਾਂਦੇ ਦੱਸੋ। ਓਪਨਲੀ ਗੱਲ ਸਵਾਲ ਤਾਂ ਤੁਸੀਂ ਮੈਨੂੰ ਕਾਊਂਟਰ ਕਰਨੇ ਸ਼ੁਰੂ ਕਰਤੇ। ਨਹੀਂ ਮੈਂ ਕਾਊਂਟਰ ਤਾਂ ਕਰ ਰਿਹਾ ਕਿ ਦੇਖੋ ਅਮਰੀਕਾ ਦੀ ਗੱਲ ਕਰੀਏ, ਅਮਰੀਕਾ ਦੇ ਪਿੱਛੇ ਲੋਕੀ ਬਹੁਤ دیਵਾਨੇ। ਮੈਂ ਤਾਂ ਖੁੱਲ੍ਹ ਕੇ ਕਹਿਤਾ ਕਿ ਮੈਂ ਤਾਂ ਪੈਸੇ ਪਹੁੰਚਣ ਤੋਂ ਬਾਅਦ ਲੂੰਗਾ। ਹੁਣ ਤੁਸੀਂ ਦੱਸੋ ਮੈਨੂੰ, ਮੈਂ ਬੱਚਿਆਂ ਨੂੰ ਪੁੱਛਦਾ ਉਹ ਮੈਨੂੰ ਕੀ ਦੇਣਗੇ, ਮੈਂ ਬੱਚਿਆਂ ਨੂੰ ਪਹੁੰਚਾਊਂਗਾ ਉਹ ਮੈਨੂੰ ਕੀ ਦੇਣਗੇ। ਇਹ ਮੈਂ ਬੱਚਿਆਂ ਨੂੰ ਪੁੱਛਦਾ ਕਿ ਮੈਨੂੰ ਦੱਸੋ ਕਿ ਤੁਸੀਂ ਕੀ ਦੋਗੇ ਮੈਨੂੰ। 30 ਲੱਖ ਤੱਕ ਟੁਕੜ ਨਹੀਂ ਇੰਨਾ ਨਹੀਂ ਲਵਾਂਗੇ ਅਸੀਂ ਅਸੀਂ ਇੰਨਾ ਨਹੀਂ ਚਾਰਜ ਕਰਾਂਗੇ। 30 ਲੱਖ 35 ਲੱਖ ਇੰਨਾ ਨਹੀਂ ਚਾਰਜ ਕਰਾਂਗੇ। ਜੋ ਬੱਚੇ ਦੀ ਫੀਸਿਸ ਹੋਏਗੀਆਂ ਉਹੀ ਬੱਚਾ ਫੀਸ ਪੇ ਕਰੇਗਾ ਔਰ ਕੁਛ ਨਹੀਂ। ਜੋ ਜੈਨੂਅਨ ਫੀਸਿਸ ਹੁੰਦੀਆਂ ਨੇ, ਆਮ ਬਜਟ ਹੁੰਦਾ 7 ਲੱਖ 8 ਲੱਖ 10 ਲੱਖ ਇੰਨਾ ਹੀ ਉੱਪਰ ਖਰਚਾ ਆਉਂਦਾ, ਇਸ ਤੋਂ ਉੱਪਰ ਕੋਈ ਖਰਚਾ ਨਹੀਂ। ਕੋਈ ਫालतू ਦੇ ਪੈਸੇ ਨਹੀਂ ਹੈਗੇ। ਦੇਖੋ ਕਿਸੇ ਦੇ ਵੀ ਪੈਸੇ ਪੇੜ ਤੇ ਨਹੀਂ ਲੱਗਦੇ, ਬੜੀ ਮਿਹਨਤ ਨਾਲ ਪੈਸੇ ਕਮਾਏ ਜਾਂਦੇ ਨੇ। ਅਸੀਂ ਇਹ ਗੱਲ ਦਿੰਦੇ ਹਾਂ ਮੈਸੇਜ ਕਿ ਵੀ ਸਾਨੂੰ ਵੀ ਪਤਾ ਹੈ ਪੈਸੇ ਦੀ ਬੜੀ ਵੈਲਿਊ ਹੈਗੀ ਹੈ। ਉਹ ਪੈਸੇ ਕਿਸੇ ਦੇ ਵੀ ਪੇੜ ਤੇ ਨਹੀਂ ਉਗ ਰਹੇ। ਜੋ ਬੰਦਾ ਚੱਕ ਕੇ ਲੈ ਵੀ 30 ਲੱਖ ਵੀ ਲੈ ਜਾ ਮੇਰੇ ਕੋਲ ਫਿਰ ਔਰ ਉੱਗਿਆ ਹੋਣਗੇ, ਉਹ ਸਾਡਾ ਕੰਮ ਨਹੀਂ ਹੈਗਾ। ਬੰਦਾ ਬੜੇ ਆਰਾਮ ਨਾਲ ਆਏ, ਸਟੱਡੀ ਦਾ ਜੋ ਫੀਸ ਦਾ ਖਰਚਾ ਹੈ, ਐਨੂਅਲ ਫੀਸ ਦਾ ਖਰਚਾ ਹੈ ਉਹੀ ਦੇਗਾ। ਬਾਕੀ ਸਾਡੀ ਜੋ ਕੰਸਲਟੈਂਸੀ ਫੀਸ ਹੋਏਗੀ ਅਸੀਂ ਆਪਣੀ ਕੰਸਲਟੈਂਸੀ ਫੀਸ ਲਵਾਂਗੇ। 7 ਤੋਂ 8 ਲੱਖ ਤੁਸੀਂ ਇੱਕ ਬਹੁਤ ਵੱਡੀ ਗੱਲ ਕਰਤੀ ਹੈ। ਐਨੂਅਲ ਫੀਸ ਵੀ 7-8 ਲੱਖ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ। ਸਰ 7-8 ਲੱਖ ਰੁਪਇਆ ਆਲਮੋਸਟ ਐਨੂਅਲ ਫੀਸ ਤਾਂ ਹਰ ਅਬਰੋਡ ਕੰਟਰੀ ਦੀ, ਅਗਰ ਇੰਟਰਨੈਸ਼ਨਲ ਕੰਟਰੀ ਦੀ ਗੱਲ ਕਰੀਏ ਤੇ ਆਲਮੋਸਟ ਇੰਨਾ ਖਰਚਾ ਆ ਜਾਂਦਾ ਹੁੰਦਾ। 7 ਤੋਂ 8 ਲੱਖ 9 ਲੱਖ ਕਿਸੇ 10 ਲੱਖ ਵੀ ਆਉਂਦਾ। ਅਸੀਂ ਕੈਨੇਡਾ ਦੀ ਹੀ ਗੱਲ ਕਰੀਏ, ਕੈਨੇਡਾ ਸੈਕਿੰਡ ਡੈਸਟੀਨੇਸ਼ਨ ਨਹੀਂ ਇਹਦੇ ਵਾਸਤੇ GST ਲੋੜ ਨਹੀਂ ਹੁੰਦੀ। ਥੋੜ੍ਹੇ ਲਿਵਿੰਗ ਐਕਸਪੈਂਸ ਦਾ ਦਿਖਾਣੇ ਪੈਂਦੇ ਨੇ ਕਿਉਂਕਿ ਅਸੀਂ ਇਹ ਚੀਜ਼ ਨਹੀਂ ਸ਼ੋਅ ਕਰਦੇ ਨਾ ਕਿ ਜੀ ਮੈਂ ਤਾਂ ਅਮਰੀਕਾ ਪਹੁੰਚਦੇ ਸਾਰ ਕਮਾਈ ਕਰਨੀ ਸ਼ੁਰੂ ਕਰ ਦੇਣੀ।
ਅਸੀਂ ਤਾਂ ਥੋੜਾ ਬੈਂਕ ਬੈਲੈਂਸ ਦਿਖਾਉਂਦੇ ਹਾਂ ਕਿ ਹਾਂ ਆਪਣੇ ਕੋਲ ਬੈਂਕ ਬੈਲੈਂਸ ਸ਼ੋ ਕਰ, ਥੋੜਾ ਮੋਟਾ ਬੈਲੈਂਸ ਸ਼ੋ ਰੱਖੀ ਆਪਣੇ ਕੋਲ। ਕੱਲ ਤੂੰ ਇਮੀਗ੍ਰੇਸ਼ਨ ਕਲੀਅਰ ਕਰੇਗਾ ਤੇ ਅਗਲੇ ਪੁੱਛਣਗੇ ਕਿ ਵੀ ਤੂੰ ਆਪਣੇ ਨਾਲ ਆਪਣਾ ਖਰਚਾ ਲੈ ਕੇ ਆਇਆ, ਤੇ ਉਹ ਖਰਚਾ ਥੋੜਾ ਮੋਟਾ ਖਰਚਾ ਤਾਂ ਬੰਦਾ ਆਪਣੇ ਕੋਲ ਰੱਖੇ ਨਾ ਕਿ ਹਾਂ ਜੀ ਮੇਰੇ ਕੋਲ ਹੈਗਾ ਜੀ ਸਾਲ ਦਾ ਖਰਚਾ 4-5 ਲੱਖ ਰੁਪਏ ਮੇਰੇ ਸਾਲ ਦਾ ਖਰਚਾ ਹੈਗਾ, ਮੇਰੇ ਕੋਲ ਹੈਗਾ ਪਿਆ ਮੇਰੇ ਖਾਤਿਆਂ ਦੇ ਵਿੱਚ। ਕਿਉਂਕਿ ਇਹਦੇ ਵਿੱਚ ਉਹ ਕੰਮ ਨਹੀਂ ਹੈਗਾ ਕਿ ਜਿਵੇਂ ਕੈਨੇਡਾ ਦੇ ਵਿੱਚ GIC ਸ਼ੋ ਕਰਨੀ ਹੈ, ਇਹਦੇ ਵਿੱਚ ਨਹੀਂ ਹੈਗਾ। ਇਹਦੇ ਵਿੱਚ ਅਸੀਂ ਸਭ ਤੋਂ ਵੱਡੀ ਫੈਸਿਲਿਟੀ ਇਹ ਦੇ ਰਹੇ ਹੈਗੇ ਕਿ ਸਾਰੇ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਨਹੀਂ, ਪਹੁੰਚਣ ਤੋਂ ਬਾਅਦ ਦੇਣਾ ਹੈ। ਇਹ ਸਭ ਤੋਂ ਵੱਡਾ ਬੱਚੇ ਦਾ ਸੇਫ ਫੈਕਟਰ ਹੈਗਾ ਕਿ ਕੱਲ ਦੀ ਡੇਟ ਤੇ ਬੱਚਾ ਫੀਸਾਂ ਭਰ ਦਿੰਦਾ ਹੈ, ਫੀਸਾਂ ਭਰਨ ਤੋਂ ਬਾਅਦ ਕੀ ਹੁੰਦਾ ਹੈ ਕਿ ਕਰੰਸੀ ਚੇਂਜ ਹੋ ਜਾਂਦੀਆਂ ਨੇ, ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ, ਪੈਨਲਟੀਜ਼ ਪੈ ਜਾਂਦੀਆਂ ਨੇ, ਇਸ ਤਰ੍ਹਾਂ ਦੇ ਖਰਚੇ ਆ ਜਾਂਦੇ ਨੇ ਤੇ ਉਹ ਖਰਚੇ ਬਚਦੇ ਪਏ ਨੇ। ਅੰਤ ਵਿੱਚ ਵਿਊਅਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿਉਂਕਿ ਕਾਫੀ ਸਾਡੇ ਵਿਊਅਰਸ ਨੇ, ਯੰਗਸਟਰਸ ਨੇ, ਬਾਹਰ ਜਾਣ ਦੇ ਚਾਹਵਾਨ ਨੇ, ਉਹਨਾਂ ਨੂੰ ਇੱਕ ਰਾਹ ਦੱਸੋ ਵੀ ਕਿੱਦਾਂ ਹੋ ਜਾ ਸਕਦੇ। ਮੈਸੇਜ ਤਾਂ ਬਸ ਇਹੀ ਹੈ ਜੀ, ਹਜੇ ਜਿੰਨਾ ਮੈਸੇਜ ਦੇਤਾ ਹੈ ਇਹ ਤੁਹਾਡੇ ਵਾਸਤੇ ਬਹੁਤ ਹੈ। ਬਾਕੀ ਦੂਜਾ ਮੈਸੇਜ ਤੁਹਾਨੂੰ ਅਸੀਂ ਨਵੇਂ ਸਾਲ ਚੜ੍ਹਨ ਤੋਂ ਬਾਅਦ ਦੇਵਾਂਗੇ। ਉਹ ਵੱਡੇ ਵੱਡੇ ਮੈਸੇਜ ਹੈਗੇ ਨੇ, ਉਹ ਬਹੁਤ ਕੰਮ ਦੇ ਮੈਸੇਜ ਹੋਣਗੇ ਬੱਚਿਆਂ ਲਈ। ਫਿਰ ਉਹ ਸੁਣ ਕੇ ਬੱਚੇ ਕहेंगे ਕਿ ਹਾਂ ਜੀ ਗਲੋਬਲ ਵਿਭਾਗ ਨੇ ਸਾਨੂੰ ਤੋਹਫਾ ਦਿੱਤਾ ਹੈ, ਚੰਗਾ ਵਾਲਾ ਤੋਹਫਾ ਦਿੱਤਾ। ਤੇ ਉਹ ਮੈਂ ਤੁਹਾਨੂੰ ਇੰਨੀ ਗੱਲ ਹੀ ਕਹੂੰਗਾ ਕਿ ਸਸਪੈਂਸ ਰੱਖਾਂਗੇ, ਅਗਲੀ ਵੀਡੀਓ ਦੱਸਾਂਗੇ ਕੀ ਅਸੀਂ ਦੇਣਾ ਹੋਰ 2-3 ਗੱਲਾਂ। ਧੰਨਵਾਦ ਜੀ ਤੁਹਾਡਾ। ਠੀਕ ਹੈ ਸਰ, ਥੈਂਕ ਯੂ ਵੈਰੀ ਮਚ ਸਰ। ਸੋ ਇਹ ਸਨ ਸਾਡੇ ਨਾਲ ਗਲੋਬਲ ਵੇ ਇਮੀਗ੍ਰੇਸ਼ਨ ਤੋਂ ਮਿਸਟਰ ਅਮਿਤ, ਜਿਵੇਂ ਕਿ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਜਿਵੇਂ ਕਿਹਾ ਵੀ 2021 ਜੋ ਹੈ ਹੁਣ ਸਟੂਡੈਂਟਸ ਤੇ ਅਤੇ ਸਟੂਡੈਂਟਸ ਵਾਸਤੇ ਬਹੁਤ ਲਾਹੇਵੰਦ ਹੋ ਸਕਦਾ ਹੈ ਜੋ ਅਮਰੀਕਾ ਜਾਣ ਦੇ ਚਾਹਵਾਨ ਨੇ, ਕਿਉਂਕਿ ਹੁਣ ਕਿਹਾ ਜਾ ਰਿਹਾ ਵੀ ਸਟੱਡੀ ਵੀਜ਼ਾ ਵੀ ਉਹਨਾਂ ਦਾ ਲੱਗੇਗਾ ਅਤੇ ਬਹੁਤ ਹੀ ਸੌਖੇ ਤਰੀਕੇ ਨਾਲ ਅਤੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਹੁਣ ਸਟੱਡੀ ਵੀਜ਼ੇ ਤੇ ਉਹ ਅਮਰੀਕਾ ਜਾ ਸਕਦੇ ਨੇ। ਸੋ ਇਹ ਸੀਗੀ ਅੱਜ ਦੀ ਅਪਡੇਟਸ। ਵਧੇਰੀ ਅਪਡੇਟਸ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਮਠਾਰੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।